ਐਸਏ ਨਿਊਜ਼ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਐਸਏ ਨਿਊਜ਼ ਪੰਜਾਬ ਦੀ ਟੀਮ ਪਹੁੰਚੀ ਹੈ ਸਤਲੋਕ ਆਸ਼ਰਮ ਧੂਰੀ, ਜ਼ਿਲ੍ਹਾ ਸੰਗਰੂਰ, ਪੰਜਾਬ ਦੇ ਵਿੱਚ, ਜਿੱਥੇ ਸੰਤ ਰਾਮਪਾਲ ਜੀ ਮਹਾਰਾਜ ਜੀ ਦੀ ਰਹਿਨੁਮਾਈ ਹੇਠ ਇੱਕ ਦਿਨ ਦਾ ਸਤਸੰਗ ਹੋ ਰਿਹਾ ਹੈ। ਤੇ ਤੁਸੀਂ ਦੇਖ ਪਾ ਰਹੇ ਹੋ, ਅਸੀਂ ਇਸ ਵਕਤ ਸਤਲੋਕ ਆਸ਼ਰਮ ਦੇ ਮੇਨ ਐਂਟਰੀ ਗੇਟ ਦੇ ਬਾਹਰ ਖੜੇ ਆ ਔਰ ਇਸ ਪਾਸੇ ਤੁਸੀਂ ਦੇਖ ਪਾ ਰਹੇ ਹੋ ਪਾਰਕਿੰਗ ਜਿਹੜੀ ਉਹ ਬਣਾਈ ਗਈ ਹੈ। 2 ਵੀਲਰਸ ਇੱਥੇ ਪਾਰਕ ਕੀਤੇ ਗਏ ਨੇ ਤੇ ਬਿਲਕੁਲ ਉਸ ਦੇ ਨਾਲ ਹੀ 4 ਵੀਲਰਸ ਦੀ ਪਾਰਕਿੰਗ ਬਣਾਈ ਗਈ ਹੈ ਤੇ ਸੇਵਾਦਾਰ ਵੀ ਤੁਸੀਂ ਦੇਖ ਪਾ ਰਹੇ ਹੋ ਆਪਣੀ ਸੇਵਾ ਤੇ ਇੱਥੇ ਮੌਜੂਦ ਨੇ ਤਾਂ ਕਿ ਕਿਸੇ ਵੀ ਪ੍ਰਕਾਰ ਦੀ ਜਿਹੜੀ ਚੋਰੀ ਹੈ ਉਹ ਵਹੀਕਲਸ ਦੀ ਨਾ ਹੋ ਪਾਏ। ਸੇਫਟੀ ਦੇ ਪੂਰੇ ਪ੍ਰਬੰਧ ਕੀਤੇ ਗਏ ਨੇ ਤੇ ਦੱਸ ਦਈਏ ਕਿ ਇਹ ਜਿਹੜੀ ਫੈਸਿਲਿਟੀ ਹੈ ਪਾਰਕਿੰਗ ਦੀ, ਇਹ ਨਿਸ਼ੁਲਕ ਹੈ ਆਸ਼ਰਮ ਦੇ ਵੱਲੋਂ ਤੇ ਉਸ ਦੇ ਨਾਲ ਹੀ ਇੱਥੇ ਆਸ਼ਰਮ ਦੀਆਂ ਗੱਡੀਆਂ ਵੀ ਲਗਾਈਆਂ ਗਈਆਂ ਨੇ। ਜਿਹੜੇ ਵੀ ਸ਼ਰਧਾਲੂ ਬੱਸ ਸਟੈਂਡ ਜਾਂ ਰੇਲਵੇ ਸਟੇਸ਼ਨ ਤੇ ਤੋਂ ਆ ਰਹੇ ਨੇ ਉਹਨਾਂ ਨੂੰ ਆਸ਼ਰਮ ਤੱਕ ਲਿਆਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਤਲੋਕ ਆਸ਼ਰਮ ਦੇ ਸੇਵਾਦਾਰਾਂ ਦੀ ਬਣਾਈ ਗਈ ਹੈ। ਤੇ ਹੁਣ ਅਸੀਂ ਚੱਲਾਂਗੇ ਆਸ਼ਰਮ ਦੇ ਅੰਦਰ। ਇਹ ਤੁਸੀਂ ਦੇਖ ਪਾ ਰਹੇ ਹੋ, ਇਹ ਗੇਟ ਹੈ ਆਸ਼ਰਮ ਦੇ ਤੇ ਬਿਲਕੁਲ ਅੰਦਰ ਆਉਂਦਿਆਂ ਹੀ ਇਸ ਪਾਸੇ ਬਣਾਇਆ ਗਿਆ ਹੈ ਪ੍ਰਣਾਮ ਸਥਲ ਤੇ ਪ੍ਰਣਾਮ ਸਥਲ ਜਿੱਥੇ ਸੰਤ ਰਾਮਪਾਲ ਜੀ ਮਹਾਰਾਜ ਜੀ ਦੇ ਸ਼ਰਧਾਲੂ ਆ ਕੇ ਪ੍ਰਣਾਮ ਕਰਦੇ ਨੇ, ਦੰਡਵਤ ਪ੍ਰਣਾਮ ਕਰਦੇ ਨੇ। ਜੇ ਤੁਹਾਨੂੰ ਵੀ ਦੰਡਵਤ ਪ੍ਰਣਾਮ ਦਾ ਮਹੱਤਵ ਪਤਾ ਹੈ ਤੇ ਸਾਡੀ ਇਸ ਵੀਡੀਓ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਇਸ ਪਾਸੇ ਜੈਂਟਸ ਦੀ ਦੰਡਵਤ ਪ੍ਰਣਾਮ ਕਰਨ ਦੀ ਵਿਵਸਥਾ ਹੈ ਤੇ ਬਿਲਕੁਲ ਇਸ ਦੇ ਨਾਲ ਹੀ ਇੱਥੇ ਲੇਡੀਜ਼ ਜਿਹੜੀਆਂ ਨੇ ਉਹ ਪ੍ਰਣਾਮ ਕਰਦੀਆਂ ਨੇ। ਤੁਸੀਂ ਦੇਖ ਵੀ ਪਾ ਰਹੇ ਹੋ ਇੱਥੇ ਇੱਕ ਸੰਤ ਰਾਮਪਾਲ ਜੀ ਮਹਾਰਾਜ ਜੀ ਦੀ ਜਿਹੜੀ ਸ਼ਰਧਾਲੂ ਨੇ ਉਹ ਇਸ ਵੇਲੇ ਦੰਡਵਤ ਪ੍ਰਣਾਮ ਕਰਦੇ ਹੋਏ ਸਾਨੂੰ ਨਜ਼ਰ ਆ ਰਹੇ ਨੇ। ਇੱਥੇ ਸੰਤ ਰਾਮਪਾਲ ਜੀ ਮਹਾਰਾਜ ਜੀ ਦਾ ਸਰੂਪ ਵੀ ਲਗਾਇਆ ਗਿਆ ਹੈ, ਕਬੀਰ ਸਾਹਿਬ ਜੀ ਦਾ ਵੀ। ਤੇ ਬਿਲਕੁਲ ਥੋੜਾ ਜਿਹਾ ਅੱਗੇ ਆਵਾਂਗੇ ਤਾਂ ਇਹ ਰਸਤਾ ਤੁਸੀਂ ਦੇਖ ਪਾ ਰਹੇ ਹੋ, ਇਹ ਰਸਤਾ ਜਿਹੜਾ ਜਾ ਰਿਹਾ ਹੈ ਸਤਸੰਗ ਪੰਡਾਲ ਨੂੰ ਜਾ ਰਿਹਾ ਹੈ ਜਿੱਥੇ ਕਿ ਇਸ ਵੇਲੇ ਸਤਸੰਗ ਚੱਲ ਰਿਹਾ ਹੈ। ਉਸ ਤੋਂ ਪਹਿਲੇ ਤੁਸੀਂ ਬਿਲਕੁਲ ਇਸ ਪਾਸੇ ਦੇਖ ਪਾਓਗੇ ਮੋਬਾਈਲ ਚਾਰਜਿੰਗ ਏਰੀਆ ਬਣਾਇਆ ਗਿਆ ਹੈ ਜਿੱਥੇ ਤੁਸੀਂ ਆਪਣੇ ਮੋਬਾਈਲ ਚਾਰਜ ਕਰ ਸਕਦੇ ਹੋ। ਸਤਸੰਗ ਦੇ ਦੌਰਾਨ ਵੀ ਤੁਹਾਨੂੰ ਅਗਰ ਆਪਣਾ ਮੋਬਾਈਲ ਚਾਰਜ ਕਰਨਾ ਪੈਂਦਾ ਤਾਂ ਤੁਸੀਂ ਇੱਥੇ ਆ ਕੇ ਸਬਮਿਟ ਕਰਵਾ ਸਕਦੇ ਹੋ। ਉਸ ਦੇ ਨਾਲ ਹੀ ਇੱਥੇ ਜੋੜਾ ਘਰ ਬਣਾਇਆ ਗਿਆ ਜਿੱਥੇ ਸ਼ਰਧਾਲੂਆਂ ਦੇ ਜਿਹੜੇ ਜੋੜੇ ਨੇ ਉਹ ਜਮ੍ਹਾਂ ਕੀਤੇ ਜਾਂਦੇ ਨੇ, ਪ੍ਰੋਪਰ ਪੋਲੀਥੀਨ ਬੈਗਸ 'ਚ ਪਾ ਕੇ ਰੱਖੇ ਜਾਂਦੇ ਨੇ, ਨੰਬਰਿੰਗ ਉਹਦੇ ਉੱਤੇ ਲਿਖੀ ਜਾਂਦੀ ਹੈ, ਉਹ ਟੋਕਨ ਦਿੱਤਾ ਜਾਂਦਾ ਹੈ ਉਹਨਾਂ ਨੂੰ। ਉਸ ਤੋਂ ਬਾਅਦ ਅਸੀਂ ਇਸ ਪਾਸੇ ਦੇਖ ਪਾ ਰਹੇ ਹਾਂ ਕਿ ਪੁਸਤਕਾਲੇ ਬਣਾਇਆ ਗਿਆ ਆਸ਼ਰਮ ਦਾ। ਇਸ ਵੇਲੇ ਸ਼ਟਰ ਡਾਊਨ ਹੈ ਕਿਉਂਕਿ ਸਤਸੰਗ ਚੱਲ ਰਿਹਾ ਹੈ। ਜਿੱਦਾਂ ਹੀ ਸਤਸੰਗ ਖਤਮ ਹੁੰਦਾ ਉਸ ਤੋਂ ਬਾਅਦ ਤੁਸੀਂ ਇੱਥੋਂ ਆਪਣੀ ਪੁਸਤਕਾਂ ਜਿਹੜੀਆਂ ਨੇ ਉਹ ਪ੍ਰਾਪਤ ਕਰ ਸਕਦੇ ਹੋ ਤੇ ਭਗਤੀ ਨਾਲ ਰਿਲੇਟਡ ਜਿਹੜੀ ਸਮੱਗਰੀ ਉਹ ਵੀ ਲੈ ਸਕਦੇ ਹੋ। ਉਸ ਤੋਂ ਬਾਅਦ ਇਸ ਸਾਈਡ ਤੇ ਫਸਟ ਏਡ ਸਥਲ ਬਣਾਇਆ ਗਿਆ ਹੈ ਜਿੱਥੇ ਕਿ ਮੈਡੀਕਲ ਜਿਹੜੀ ਸੁਵਿਧਾ ਹੈ ਉਹ ਦਿੱਤੀ ਜਾਂਦੀ ਹੈ। ਕਿਸੇ ਨੂੰ ਵੀ ਕੋਈ ਵੀ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਕੋਈ ਮੈਡੀਕਲ ਐਮਰਜੈਂਸੀ ਲਈ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇੱਥੇ ਜਿਹੜੇ ਸੇਵਾਦਾਰ ਬੈਠੇ ਨੇ, ਸਰਟੀਫਾਈਡ ਡਾਕਟਰਸ ਦੀ ਟੀਮ ਬੈਠੀ ਹੈ, ਉਹ ਇਹਨਾਂ ਨੂੰ ਪ੍ਰੋਵਾਈਡ ਕਰਦੀ ਹੈ। ਉਸ ਤੋਂ ਬਾਅਦ ਤੁਸੀਂ ਇਸ ਪਾਸੇ ਦੇਖ ਪਾ ਰਹੇ ਹੋ, ਇਹ ਸਤਸੰਗ ਪੰਡਾਲ ਹੈ ਜਿੱਥੇ ਇਸ ਵੇਲੇ ਸਤਸੰਗ ਚੱਲ ਰਿਹਾ ਹੈ ਸੰਤ ਰਾਮਪਾਲ ਜੀ ਮਹਾਰਾਜ ਜੀ ਦਾ। LCD ਦੇ ਮਾਧਿਅਮ ਦੇ ਨਾਲ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਇੱਥੇ ਇੱਕ ਪਾਸੇ ਜੈਂਟਸ ਜਿਹੜੇ ਨੇ ਉਹ ਬੈਠ ਕੇ ਸ਼ਾਂਤੀਪੂਰਵਕ ਆਪਣਾ ਸਤਸੰਗ ਸੁਣ ਰਹੇ ਨੇ ਤੇ ਦੂਸਰੇ ਪਾਸੇ ਜਿਹੜੀ ਲੇਡੀਜ਼ ਦੀ ਵਿਵਸਥਾ ਹੈ ਉਹ ਅਲੱਗ ਤੋਂ ਕੀਤੀ ਗਈ ਹੈ। ਵਿੱਚ ਇੱਕ ਪਰਦਾ ਲਗਾਇਆ ਹਰੇ ਰੰਗ ਦਾ ਤੇ ਜਿਹੜੀ ਇਸ ਪੰਡਾਲ ਨੂੰ ਹੈ ਡਿਵਾਈਡ ਕੀਤਾ ਗਿਆ ਹੈ। ਲੇਡੀਜ਼ ਔਰ ਜੈਂਟਸ ਦੀ ਜਿਹੜੀ ਬੈਠਣ ਦੀ ਵਿਵਸਥਾ ਹੈ ਉਹ ਬਿਲਕੁਲ ਅਲੱਗ-ਅਲੱਗ ਕੀਤੀ ਗਈ ਹੈ। ਸਭ ਤੋਂ ਪਹਿਲੇ ਤੁਸੀਂ ਇੱਧਰ ਦੇਖ ਪਾ ਰਹੇ ਹੋ ਸ਼ਰਧਾਲੂਆਂ ਦੇ ਲਈ ਪਾਣੀ ਦੀ ਵਿਵਸਥਾ ਕੀਤੀ ਗਈ ਹੈ। ਗਰਮੀ ਦਾ ਮੌਸਮ ਹੈ, ਠੰਡੇ ਪਾਣੀ ਦੀ ਇੱਥੇ ਤੁਸੀਂ ਦੇਖ ਪਾ ਰਹੇ ਹੋ। ਛੋਟੇ ਛੋਟੇ ਬੱਚੇ ਆਪਣੀ ਸੇਵਾ ਦੇ ਵਿੱਚ ਇੱਥੇ ਖੜੇ ਨੇ। ਪੰਡਾਲ ਦੀਆਂ ਤਸਵੀਰਾਂ ਮੈਂ ਕਹੂੰਗੀ ਕਿ ਕੈਮਰਾਮੈਨ ਜ਼ਰੂਰ ਦਿਖਾਣ। ਇੱਥੇ ਜਿਹੜੇ ਲੇਡੀਜ਼ ਹੈ ਉਹ ਬੈਠ ਕੇ ਆਪਣਾ ਸਤਸੰਗ ਸੁਣ ਰਹੀਆਂ ਨੇ। ਬਿਲਕੁਲ ਸਾਹਮਣੇ ਤੁਸੀਂ ਦੇਖ ਪਾ ਰਹੇ ਹੋ LCD ਦੇ ਮਾਧਿਅਮ ਦੇ ਨਾਲ ਸਤਸੰਗ ਹੋ ਰਿਹਾ ਹੈ।
ਤੇ ਪੰਡਾਲ ਦੀਆਂ ਤਸਵੀਰਾਂ ਅਗਰ ਦਿਖਾਈਏ ਤਾਂ ਇੱਥੇ ਕਬੀਰ ਸਾਹਿਬ ਜੀ ਨਾਲ ਰਿਲੇਟਡ ਜਿਹੜੀਆਂ ਕਬੀਰ ਸਾਹਿਬ ਜੀ ਦੀ ਬਾਣੀਆਂ ਸਾਨੂੰ ਇੱਥੇ ਦੇਖਣ ਨੂੰ ਮਿਲ ਰਹੀਆਂ ਨੇ, ਜਿਹੜੀਆਂ ਕਿ ਮਨੁੱਖ ਨੂੰ ਭਗਤੀ ਦੇ ਨਾਲ ਜੋੜਨ ਦੇ ਵਿੱਚ ਹੈਲਪ ਕਰਦੀਆਂ ਨੇ। पंडाल दे विच तुसी देख पा रहे हो कि जिथे सारी संगत नीचे बैठ के सत्संग सुन रही है, उत्थे कुछ बजुर्ग जड़ियां माता जी ने वो चेयर्स ते बैठे ने, क्योंकि जड़े नीचे नहीं बैठ सकते उन्हां दे लई इत्थे चेयर्स दे प्रबंध किए गए ने। पंडाल दे विच पक्खियां दे नाल कूलर दी भी इत्थे व्यवस्था की गई है। गर्मी का मौसम है, जे ऊपर असी देखिए तो काफी बड़े बड़े इत्थे पक्खे जड़े है वो लगाए गए ने। वेंटिलेशन है जिहड़ी प्रॉपर है इस पंडाल दे विच। ते हुण असी चलांगे अगे। इस वेले तुसी देख पा रहे हो दरबार साहिब दा दृश्य, जिथे संत रामपाल जी महाराज जी दा सिंहासन इत्थे बनाया गया है, दरबार साहिब बनाया गया है ते संत रामपाल जी महाराज जी दे स्वरूप इत्थे लगाया गया है। ते उसके ऊपर ही तुसी देख पा रहे हो कि छतर बनाया गया और बहुत ब्यूटीफुली दरबार साहिब नूं डेकोरेट किया गया है। एक दिन यानी जरा सी कोई आपकी वस्तु है, आप प्रश्न बोल रहे हैं, किसी भी जन्म में चर्चा करने के बाद वो आपकी पूरी करनी पड़ेगी। आज को रिश्वत लेगा है, अगले जन्म में वो दामाद बनकर लेगा उसका, और पैसा ले जाएगा। अगर बच्चों को जन्म वाले वो पैसा भी गया, लड़की दूसरी जगह रहनी पड़ेगी, तो वो उल्टिया कर उसके सवाल सामने देती आप बताती है। ये विशेष संस्कारों से स्वतंत्र के लिए उदाहरण है। हम इतने स्वतंत्र के लिए हमारा संसारी भौतिक सुख दिखाई देते हैं, नथी गैस पर इन्हें पाने के लिए ज्ञानी सुखी पकड़ महिमा बनाने के लिए हम कुछ भी आगा पीछा नहीं देखते। एक व्यक्ति का विवाह हुआ, एक पुत्र उत्पन्न हुआ, उसकी पत्नी की मृत्यु हो गई, उसने दूसरी शादी की, 10-12 वर्ष के बाद दूसरा पुत्र हो गया, दूसरा भी मर गया, उसकी पत्नी भी मृत्यु प्राप्त हो गई। अब बड़े लड़के का विवाह हो गया था, छोटा विवाह था 10-12 वर्ष का, 13 वर्ष का। तो क्या हुआ, वो छोटे वाला बीमार पड़ गया। बीमार हो गया तो उन्होंने कुछ थोड़ा बहुत ट्रीटमेंट करवाया, फिर किसी ने बताया कि उसको वहां ले जाओ, अब तक 10 दिन वहां रहना पड़ेगा, कितने पैसे लगेंगे, 500 रुपये का खर्चा होगा। उसमें 500 रुपये आज के 5 लाख से भी ज्यादा समझ लो। तो उन्होंने विचार किया कि 500 रुपये वहां लगा जाएंगे और फिर उसने मर्जी बच्चों को तो निकल जाएंगे, तो बन गया। सारी संपत्ति इसकी हमारे नाम आपकी यानी 10-15 एकड़ जमीन थी उसके हिस्से के। उसका दूसरा उन्होंने एक स्कीम बनाई, डॉक्टर से बात की, वैसे एक वैसे तो ऐसे करते थे, बीमार तो है किसी को पता नहीं चलेगा। वो भी 10 हो गया, 500 रुपये दिया, 100 रुपये दिया, 10 दिया और उसको किस दे दिया किसी को, वो मर गया। मर गया तो कुछ दिन के बाद तो किसी का ठिकाना नहीं, किसी को पता चला नहीं, रास्ते कारोबार में निकल गया उनकी सोच से। फिर बताते हैं जो बच्चा लड़का हो गया 1 वर्ष के बाद, अब किसी का ठिकाना नहीं, पाला पैसा उसका विवाह कर दिया 1670, जल्दी क्या कर देते थे 12-13 वर्ष के, 15-16 वर्ष का जब लड़का हो गया, बीमार हो गया, संतान को थी, इतना बीमार हो गया कि अपने पुत्र को उन्होंने जहां भी किसी ने बताया झाड़ फूक करने वाला या कोई वैद डॉक्टर सब जगह लेके वो जमीन भी बेच दी, आधे से अधिक
ਤੇ ਜੁੜ ਚੁੱਕੇ ਨੇ ਸਾਡੇ ਨਾਲ ਸੰਤ ਰਾਮਪਾਲ ਜੀ ਦੇ ਇੱਕ ਡਿਵੋਟੀ। ਆਓ ਜਾਣਦੇ ਹਾਂ अन्नपूर्णा मुहिम ਦੇ ਬਾਰੇ। नमस्कार सर, ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਹੋ? नमस्कार मैम, मैं आयुष दास नाम है मेरा। मैं जिला कुरुक्षेत्र का रहने वाला हूँ, हरियाणा से। ਸਰ, ਸੰਤ ਰਾਮਪਾਲ ਜੀ ਮਹਾਰਾਜ ਜੀ अन्नपूर्णा ਮੁਹਿੰਮ ਜਿਹੜੀ ਚਲਾਈ ਹੈ ਉਹਨਾਂ ਨੇ, ਉਸ ਦੇ ਬਾਰੇ ਦੱਸੋ ਕਿ ਇਸ ਮੁਹਿੰਮ ਦੀ ਜਿਹੜੀ ਸ਼ੁਰੂਆਤ ਹੈ ਉਹ ਕਿੱਦਾਂ ਹੋਈ? मैम, जो ये अन्नपूर्णा मुहिम जो संत रामपाल जी महाराज जी हमारे गुरु जी ने चलाई है, वो एक तरह से ये समझ लीजिए कि पहले तो जो हमारे गुरु जी हैं वो एक तरह से हम भक्तों के लिए ही नहीं, वैसे तो जगत के लिए वो एक तरह से नॉर्मल संत है, लेकिन हम उन भक्तों के लिए, उन जिन्होंने जो उनसे जुड़े हुए उनके लिए तो परमात्मा है। और उस परमात्मा ने मतलब 2017-18 की बात है ये, कि हमारे परमात्मा ने मतलब अखबार में किस्सा पढ़ा था कि एक परिवार जो मतलब एक पिता जो था वो मतलब अपने परिवार का पालन पोषण अच्छे से नहीं कर पा रहा था, उसके बच्चे थे उनका पेट नहीं भर पा रहा था। इस वजह से इतना मजबूर होके उसने आत्महत्या कर ली पूरे परिवार ने। इस चीज को उस जो परमात्मा हमारे गुरु जी हैं उस चीज को जब पढ़ा ना, तो वही बात है, परमात्मा सबके लिए तो सब उसके सब बच्चे एक समान है ना। परमात्मा देखकर जब उसके बच्चे मतलब इस हालात में हैं, तो उस चीज को देखते हुए परमात्मा जी ने हमारे ये अन्नपूर्णा मुहिम की शुरुआत की थी कि उन परमात्मा जब यहाँ धरती मौजूद हैं तो उनके होते हुए कोई धरती पे भूखा कैसे रह सकता है ਜੀ। ਤੇ ਦਰਸ਼ਕੋ, ਜਿਵੇਂ ਕਿ ਅਸੀਂ ਜਾਣਿਆ ਕਿ ਸਰ ਕਹਿ ਰਹੇ ਨੇ ਕਿ ਸੰਤ ਰਾਮਪਾਲ ਜੀ ਮਹਾਰਾਜ ਜੀ ਨੇ ਲਗਭਗ 2018 ਦੇ ਵਿੱਚ ਇੱਕ ਖਬਰ ਪੜ੍ਹੀ ਸੀ ਨਿਊਜ਼ਪੇਪਰ ਦੇ ਵਿੱਚ, ਇੱਕ ਪੂਰੇ ਪਰਿਵਾਰ ਨੇ ਗਰੀਬੀ ਦੇ ਕਾਰਨ, ਪੈਸੇ ਦੀ ਤੰਗੀ ਦੇ ਕਾਰਨ ਆਤਮ ਹੱਤਿਆ ਕਰ ਲਈ ਸੀ, ਜਿਸ ਦੇ ਕਾਰਨ ਸੰਤ ਰਾਮਪਾਲ ਜੀ ਨੂੰ ਬਹੁਤ ਧੱਕਾ ਲੱਗਿਆ। ਤਾਂ ਉਹਨਾਂ ਨੇ ਨਿਰਣੇ ਲਿਆ ਕਿ ਉਹ ਇੱਕ ਮੁਹਿੰਮ ਚਲਾਉਣਗੇ ਜਿਸ ਦੇ ਵਿੱਚ ਉਹਨਾਂ ਨੇ ਗਰੀਬ ਪਰਿਵਾਰਾਂ ਤੱਕ ਜਿਹੜੀ ਇਹ ਮਦਦ ਹੈ ਉਹ ਪਹੁੰਚਾ ਰਹੇ ਨੇ। ਤੇ ਆਓ ਜਾਣਦੇ ਆ ਇਸ ਦੇ ਬਾਰੇ ਅੱਗੇ, अन्नपूर्णा ਦੇ ਬਾਰੇ। ਤੇ ਸਰ, ਇਹ ਜਿਹੜੀ ਮੁਹਿੰਮ ਹੈ ਕਿੱਥੇ ਕਿੱਥੇ ਚਲਾਈ ਜਾ ਰਹੀ ਹੈ, ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਚੱਲ ਰਹੀ ਹੈ, ਕੀ ਕੁਝ ਇਸ ਦੇ ਵਿੱਚ ਪ੍ਰਦਾਨ ਕੀਤਾ ਜਾ ਰਿਹਾ ਲੋਕਾਂ ਨੂੰ? मैम देखिए, जो ये अन्नपूर्णा मुहिम है इसकी शुरुआत तो वैसे हरियाणा से हुई थी, और हरियाणा में भी जो रोहतक में धनाना में संत रामपाल जी महाराज जी का आश्रम बढ़ हुआ। धनाना वो जहाँ पे संत रामपाल जी महाराज जी का जन्म हुआ था, वहाँ पे संत रामपाल जी महाराज जी का सतलोक आश्रम धनाना धाम बढ़ा हुआ, वहाँ से शुरुआत हुई थी उसकी। उस टाइम ये था कि सिर्फ रोहतक, झज्जर, हिसार, जींद वगैरह जो आसपास के एरिया थे वहाँ पर ये मुहिम चलाई गई थी। लेकिन परमात्मा जी ने धीरे धीरे करते हुए हरियाणा, जैसे कुरुक्षेत्र के आसपास का हमारा एरिया है, हरियाणा को कवर किया। हरियाणा से वो पंजाब में शुरुआत हुई, पंजाब से छत्तीसगढ़ में शुरुआत हुई, छत्तीसगढ़ से यूपी में शुरुआत हुई, यूपी के बाद राजस्थान में शुरुआत हुई, राजस्थान के बाद असम में शुरुआत हुई। मतलब धीरे धीरे कर करके परमात्मा जी ने हमारे मतलब पूरे भारत में ये मुहिम शुरू करने वाले हैं। अभी तक मतलब जहाँ अनेकों राज्यों में तो ये मुहिम शुरू की जा चुकी है। ਦਰਸ਼ਕੋ, ਜਿੱਦਾਂ ਕਿ ਇਹ ਦੱਸ ਰਹੇ ਨੇ ਕਿ ਜਿਹੜੀ ਇਹ ਮੁਹਿੰਮ ਹੈ ਇਹ ਸਭ ਤੋਂ ਪਹਿਲਾਂ ਹਰਿਆਣਾ 'ਚ ਸ਼ੁਰੂ ਹੋਈ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇਹ ਮੁਹਿੰਮ ਚੱਲ ਰਹੀ ਹੈ ਇਸ ਸਮੇਂ, ਤੇ ਹੌਲੀ ਹੌਲੀ ਕਰਕੇ ਹੋਰ ਵੀ ਸਟੇਟ ਦੇ ਵਿੱਚ ਇਹਨੂੰ ਲਾਗੂ ਕੀਤਾ ਗਿਆ। ਤਾਂ ਹੁਣ ਪੂਰੇ ਭਾਰਤ ਦੇ ਵਿੱਚ ਇਹ ਸੰਤ ਰਾਮਪਾਲ ਜੀ ਮਹਾਰਾਜ ਜੀ ਦੀ ਮੁਹਿੰਮ ਚਲਾਈ ਜਾ ਰਹੀ ਹੈ। ਤੇ ਸਰ, ਹੋਰ ਕੀ ਕੁਝ ਪ੍ਰਦਾਨ ਕੀਤਾ ਜਾਂਦਾ ਇਸ ਮੁਹਿੰਮ ਦੇ ਦੌਰਾਨ? मैम, अन्नपूर्णा मुहिम का सिर्फ ये अब अगर कोई नाम से जाए तो अन्नपूर्णा मुहिम थी यहाँ तक सीमित हो गई कि हम देते होंगे बस। लेकिन हमारे गुरुजी के अनुसार अन्नपूर्णा मुहिम के वो कहते हैं ना स्लोगन, एक नारा है कि रोटी, कपड़ा, शिक्षा और मकान हर गरीब को देगा कबीर भगवान। इस चीज में सब चीजें क्लियर हो जाती हैं कि रोटी भी, कपड़ा भी, शिक्षा भी और मकान भी, यही चार चीजें हम समाज के लिए चाहिए, और किसी को क्या चाहिए। ਸਰ, ਰੋਟੀ, ਕਪੜਾ, ਸਿੱਖਿਆ ਤੇ ਅਸੀਂ ਸਮਝ ਪਾਏ। ਮਕਾਨ ਦੀ ਗੱਲ ਕਰੀਏ ਤਾਂ ਕੀ ਸੰਤ ਰਾਮਪਾਲ ਜੀ ਮਕਾਨ ਕਿੱਦਾਂ, ਕਿਸ ਵੇ ਦੇ ਨਾਲ ਹੈਲਪ ਕਰ ਰਹੇ ਨੇ ਮਕਾਨ ਨੂੰ ਲੈ ਕੇ? मैं मकान को लेके, जैसे मान लीजिए अगर कोई परिवार है उसका मकान कच्चा है या घर मतलब टूटा फूटा, अगर उसके पास जगह है तो परमात्मा जी उसका घर 15 दिन के अंदर अंदर बनवा के दे रहे हैं अपने शिष्यों के द्वारा। ठीक है, बकायदा अब तो वीडियोस भी काफी वायरल हो रही है, न्यूज में भी आ रहा है ये चीज कि संत रामपाल जी के अन्नपूर्णा मुहिम के तहत घर बनाए गए हैं। बकायदा अगर पंजाब के ही किसी की अगर बात करूँ आपसे, तो ये पंजाब में मतलब अभी संगरूर साइड एक केस है कि उसमें ये है कि जैसे जो परिवार है ना, उनके हिस्से में जो जमीन है, क्योंकि उनके लिए भी परमात्मा ने कहा है कि इस बेटे को घर बना के दो जल्द से जल्द। तो जब उनका पता किया कि जो हिस्से की जमीन है, तो उसमें पता चला कि थोड़ा उनका भी लीगली डिस्प्यूट है कि वो जमीन सिर्फ अकेले उनके हिस्से में नहीं है, मतलब 4-5 हिस्से हैं। तो इस वजह से परमात्मा ने ये बोला कि अलग से जमीन खरीद दो और उस जमीन पे मकान बना के दो। मतलब मकान ही नहीं बनाना, अगर जमीन भी है ना तो जमीन भी लेंगे, उस पे मकान भी बना के देंगे। बहुत दर्शकों, बहुत वड्डी गल है कि
ਅੱਜ ਤੱਕ ਅਸੀਂ ਸੰਤਾਂ ਮਹੰਤਾਂ ਨੂੰ ਘਰ ਦੇ ਵਿੱਚ ਜਾ ਕੇ ਮੰਗਦੇ ਹੋਏ ਵੇਖਿਆ ਹੈ, ਪਰਚੀ ਕੱਟਦੇ ਹੋਏ ਵੇਖਿਆ, ਪਰ ਸੰਤ ਰਾਮਪਾਲ ਜੀ ਮਹਾਰਾਜ ਜੀ ਅਜਿਹੇ ਸੰਤ ਸਾਨੂੰ ਦਿਖਾਈ ਦੇ ਰਹੇ ਨੇ ਜਿਹੜੇ ਕਿ ਘਰਾਂ ਦੇ ਵਿੱਚ ਜਾ ਕੇ ਗਰੀਬ ਪਰਿਵਾਰਾਂ ਦੀ ਮਦਦ ਕਰ ਰਹੇ ਨੇ। ਤੇ ਸਰ ਨੇ ਦੱਸਿਆ ਕਿ ਮਕਾਨ ਵੀ ਬਣਾ ਕੇ ਦਿੱਤੇ ਜਾ ਰਹੇ ਨੇ ਇਸ ਮੁਹਿੰਮ ਦੇ ਤਹਿਤ। ਜਿਹੜੇ ਗਰੀਬ ਪਰਿਵਾਰ ਨੇ, ਅਗਰ ਉਹਨਾਂ ਕੋਲ ਆਪਣੀ ਜ਼ਮੀਨ ਵੀ ਨਹੀਂ ਹੈਗੀ, ਉਹਨਾਂ ਨੂੰ ਜ਼ਮੀਨ ਵੀ ਲੈ ਕੇ ਦੇ ਰਹੇ ਨੇ ਤੇ ਉਸ ਦੇ ਉੱਪਰ ਮਕਾਨ ਦਾ ਜਿਹੜਾ ਖਰਚਾ ਹੈ, ਜਿਹੜੀ ਕੰਸਟਰਕਸ਼ਨ ਦੇ ਖਰਚਾ ਆ ਰਿਹਾ, ਉਹ ਵੀ ਸੰਤ ਰਾਮਪਾਲ ਜੀ ਮਹਾਰਾਜ ਜੀ ਉਹਨਾਂ ਨੂੰ ਬਣਾ ਕੇ ਦੇ ਰਹੇ ਨੇ। ਤੇ ਬਹੁਤ ਹੀ ਪ੍ਰਸ਼ੰਸਾਯੋਗ ਹੈ ਸੰਤ ਰਾਮਪਾਲ ਜੀ ਮਹਾਰਾਜ ਜੀ ਦੀ ਇਹ ਮੁਹਿੰਮ, ਕਿਉਂਕਿ ਇਸ ਦੇ ਜਿੱਦਾਂ ਕਿ ਸਰ ਨੇ ਸਲੋਗਨ ਦੱਸਿਆ, ਰੋਟੀ ਕੱਪੜਾ ਸਿੱਖਿਆ ਔਰ ਮਕਾਨ। ਰਾਸ਼ਨ ਦੇ ਨਾਲ ਤੇ ਬੱਚਿਆਂ ਦੀ ਸਿੱਖਿਆ ਦਾ ਸਾਰਾ ਖਰਚਾ ਚੱਕਿਆ ਜਾ ਰਿਹਾ ਹੈ। ਤੇ ਜੇ ਕਿਸੇ ਪਰਿਵਾਰ ਦੇ ਕੋਲ, ਜ਼ਰੂਰਤਮੰਦ ਪਰਿਵਾਰ ਦੇ ਕੋਲ ਕੱਪੜੇ ਨਹੀਂ ਹੈਗੇ ਤਾਂ ਉਹਨਾਂ ਨੂੰ ਕੱਪੜੇ ਵੀ ਮੁਹੱਈਆ ਕਰਵਾਏ ਜਾ ਰਹੇ ਨੇ ਔਰ ਬੱਚਿਆਂ ਦੀ ਸਕੂਲ ਯੂਨੀਫਾਰਮ ਤੱਕ ਸਾਰਾ ਖਰਚਾ ਚੱਕਿਆ ਜਾ ਰਿਹਾ ਸੰਤ ਰਾਮਪਾਲ ਜੀ ਮਹਾਰਾਜ ਜੀ ਦੀ ਇਸ ਮੁਹਿੰਮ ਦੇ ਰਾਹੀਂ। ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਐਸਏ ਨਿਊਜ਼ ਪੰਜਾਬ ਦੇ ਨਾਲ ਜੁੜਨ ਲਈ। ठीक है, धन्यवाद। ਤੇ ਦਰਸ਼ਕੋ, ਇਸ ਦੇ ਨਾਲ ਹੀ ਅੱਜ ਅਸੀਂ ਤੁਹਾਨੂੰ ਦਿਖਾਈ ਸਪੈਸ਼ਲ ਰਿਪੋਰਟ ਸਤਲੁਜ ਆਸ਼ਰਮ ਧੂਰੀ, ਜ਼ਿਲ੍ਹਾ ਸੰਗਰੂਰ, ਪੰਜਾਬ ਤੋਂ। ਅਜਿਹੀਆਂ ਹੀ ਨਿਊਜ਼ ਦੇ ਲਈ ਬਣੇ ਰਹੋ ਐਸਏ ਨਿਊਜ਼ ਪੰਜਾਬ ਦੇ ਨਾਲ।